Hello students, I'm Sukhvinder from Department of Economics, GGDST College, ਹਰਿਆਣਾ ਹੁਸ਼ਿਆਰਪੁਰ। ਅੱਜ ਇਸ ਲੈਕਚਰ ਵਿੱਚ ਅਸੀਂ ਕਰਾਂਗੇ ਮਟੀਰੀਅਲ ਵੈਲਫੇਅਰ ਡੈਫੀਨੇਸ਼ਨ। ਅਸੀਂ ਇਕਨੋਮਿਕਸ ਦੇ ਵਿੱਚ ਅਲੱਗ-ਅਲੱਗ ਪਰਿਭਾਸ਼ਾਵਾਂ ਜਿਹੜੀਆਂ ਦਿੱਤੀਆਂ ਗਈਆਂ ਇਕਨੋਮਿਸਟ ਦੁਆਰਾ ਉਹ ਕਰ ਰਹੇ ਹਾਂ। ਲਾਸਟ ਲੈਕਚਰ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਕਿ ਐਡਮ ਸਮਿਥ ਨੇ ਦਿੱਤੀ ਸੀ ਸਾਨੂੰ ਵੈਲਥ ਡੈਫੀਨੇਸ਼ਨ, ਧਨ ਸੰਬੰਧੀ ਪਰਿਭਾਸ਼ਾ। ਦੂਸਰੀ ਪਰਿਭਾਸ਼ਾ ਜਿਹੜੀ ਅਸੀਂ ਅੱਜ ਕਰਾਂਗੇ ਉਹ ਹੈਗੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ, ਇਹ ਮਾਰਸ਼ਲ ਦੀ ਦਿੱਤੀ ਹੋਈ ਹੈ। ਅਤੇ ਤੀਸਰੀ ਪਰਿਭਾਸ਼ਾ ਅਸੀਂ ਕੱਲ੍ਹ ਦੇ ਲੈਕਚਰ 'ਚ ਮਤਲਬ ਨੈਕਸਟ ਲੈਕਚਰ 'ਚ ਕਰਾਂਗੇ ਰੋਬਿਨਸਨ ਦੀ ਦਿੱਤੀ ਹੋਈ ਸਕੇਰਸਿਟੀ ਦੁਰਲਭਤਾ ਸੰਬੰਧੀ ਪਰਿਭਾਸ਼ਾ। ਅਤੇ ਮਟੀਰੀਅਲ ਡੈਫੀਨੇਸ਼ਨ ਅੱਜ ਅਸੀਂ ਕਰਾਂਗੇ। ਮਟੀਰੀਅਲ ਡੈਫੀਨੇਸ਼ਨ ਮੈਂ ਫਿਰ ਦੱਸਾਂ ਕਿ ਮੈਂ ਰਿਪੀਟ ਨਹੀਂ ਕਰਦੀ ਵੀ ਕੱਲ੍ਹ ਕੀ ਕੀਤਾ, ਕਿਉਂਕਿ ਕੱਲ੍ਹ ਕੀ ਕੀਤਾ ਇਹ ਤੁਸੀਂ ਕੱਲ੍ਹ ਵਾਲਾ ਲੈਕਚਰ ਦੁਬਾਰਾ ਫਿਰ ਸੁਣ ਸਕਦੇ ਹੋ। ਮੀਨਸ ਕਿ ਮੈਂ ਇੱਥੇ ਵਾਰ-ਵਾਰ ਉਹੀ ਗੱਲਾਂ ਬੋਲ ਕੇ ਜਿਹੜਾ ਉਹ ਵੇਸਟ ਨਹੀਂ ਕਰਨਾ ਚਾਹੁੰਦੀ, ਕਿਉਂਕਿ ਤੁਹਾਨੂੰ ਵੀ ਅੱਗੇ ਵੀਡੀਓ ਡਾਊਨਲੋਡ ਕਰਨ ਦੇ ਲਈ ਜਿੰਨਾ ਉਹ ਸਮੋਲ ਹੋਏਗਾ ਉਹ ਸੌਖਾ ਰਹੇਗਾ, ਇਸ ਲਈ ਪੁਰਾਣਾ ਵੀਡੀਓ ਤੁਸੀਂ ਸੁਣ ਸਕਦੇ ਹੋ। ਭੌਤਿਕ ਕਲਿਆਣ ਸੰਬੰਧੀ ਜਿਹੜੀ ਪਰਿਭਾਸ਼ਾ ਹੈ ਮਟੀਰੀਅਲ ਵੈਲਫੇਅਰ ਡੈਫੀਨੇਸ਼ਨ ਆ, ਇਹ ਸਾਨੂੰ ਮੇਨ ਰੂਪ ਦੇ ਵਿੱਚ ਮਾਰਸ਼ਲ ਨੇ ਦਿੱਤੀ ਹੈ, ਪਰ ਇਸ ਤੋਂ ਇਲਾਵਾ ਪੀਗੂ, ਕੈਨਨ, ਵੈਬਰਿਜ, JS ਮਿਲ ਇਕੋਨਿਸਟ ਵੀ ਆ ਜਿਨ੍ਹਾਂ ਨੇ ਇਹ ਪਰਿਭਾਸ਼ਾ ਜਿਹੜੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ। ਅਤੇ ਇਹਨਾਂ ਨੇ ਕੀ ਕਿਹਾ ਕਿ ਜਿਹੜੀ ਐਡਮ ਸਮਿਥ ਦੀ ਜਿਹੜਾ ਅਸੀਂ ਕੱਲ੍ਹ ਲੈਕਚਰ ਕੀਤਾ, ਐਡਮ ਸਮਿਥ ਨੇ ਧਨ ਸੰਬੰਧੀ ਪਰਿਭਾਸ਼ਾ ਦਿੱਤੀ। ਧਨ ਨੂੰ ਫਿਰ ਅੱਗੇ ਜਾ ਕੇ ਉਹਨੇ ਪੂੰਜੀ ਕਹਿ ਦਿੱਤਾ। ਪੂੰਜੀ ਕੋਈ ਵੀ ਚੀਜ਼ ਜਿਸ 'ਤੇ ਤੁਹਾਡੀ ਓਨਰਸ਼ਿਪ ਆ, ਜਿਸ 'ਤੇ ਤੁਹਾਡੀ ਮਲਕੀਅਤ ਆ, ਅਤੇ ਉਹ ਪੂੰਜੀ ਕਿੱਥੋਂ ਆਏਗੀ, ਉਹਦੇ ਵਿੱਚ ਵਾਧਾ ਕਿੱਦਾਂ ਹੋਏਗਾ, ਇਹ ਐਡਮ ਸਮਿਥ ਦੇ ਅਕੋਰਡਿੰਗ ਇਹ ਇਕਨੋਮਿਕਸ ਦੱਸਦੀ ਹੈ। ਪਰ ਜਿਹੜੇ ਇਹ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਵਾਲੇ ਇਕੋਨਮਿਸਟ ਆ, ਸਪੈਸ਼ਲੀ ਮਾਰਸ਼ਲ, ਇਹ ਕਹਿੰਦੇ ਆ ਕਿ ਪੂੰਜੀ ਦੀ ਜਗ੍ਹਾ 'ਤੇ ਜਿਹੜੀ ਜ਼ਿਆਦਾ ਇੰਪੋਰਟੈਂਸ ਆ, ਜਿਹੜਾ ਜ਼ਿਆਦਾ ਧਿਆਨ ਆ, ਉਹ ਵਿਅਕਤੀ ਦੇ ਉਹਨਾਂ ਕੰਮਾਂ ਨੂੰ ਦੇਣਾ ਚਾਹੀਦਾ ਜਿਨ੍ਹਾਂ ਨੂੰ ਉਹ ਆਪਣੇ ਕਲਿਆਣ ਨੂੰ ਵਧਾਉਣ ਵਾਲੇ ਭੌਤਿਕ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਕਰਦਾ। ਦੇਖੋ ਗੱਲ ਉਹੀ ਆ, ਉਹਦੇ ਵਿੱਚ ਵੀ ਭੌਤਿਕ ਪਦਾਰਥਾਂ ਦੀ ਗੱਲ ਕੀਤੀ ਸੀ ਐਡਮ ਸਮਿਥ ਨੇ, ਕਿਉਂਕਿ ਉਹਨਾਂ ਨੇ ਭੌਤਿਕ ਪਦਾਰਥਾਂ ਨੂੰ ਪੂੰਜੀ ਕਿਹਾ ਸੀ। ਇੱਥੇ ਵੀ ਇਹਨਾਂ ਨੇ ਭੌਤਿਕ ਪਦਾਰਥਾਂ ਦੀ ਗੱਲ ਕੀਤੀ ਆ, ਪਰ ਇੱਥੇ ਇਹਨਾਂ ਨੇ ਉਹ ਸਾਰੇ ਭੌਤਿਕ ਪਦਾਰਥਾਂ ਦੀ ਗੱਲ ਨਹੀਂ ਕੀਤੀ, ਮਤਲਬ ਸਿਰਫ ਭੌਤਿਕ ਪਦਾਰਥਾਂ ਦੀ ਗੱਲ ਨਹੀਂ ਕੀਤੀ। ਇਹਨਾਂ ਨੇ ਕਿਹਾ ਕਿ ਇਹ ਜਦੋਂ ਗੁੱਡਸ ਵੱਧਦੀਆਂ, ਮਤਲਬ ਪੂੰਜੀ ਜਦੋਂ ਵੱਧਦੀ ਹੈ, ਇਹ ਭੌਤਿਕ ਪਦਾਰਥ ਜਦੋਂ ਵੱਧਦੇ ਆ ਉਹਦੇ ਨਾਲ ਸਾਡੇ ਕਲਿਆਣ 'ਚ ਵਾਧਾ ਹੁੰਦਾ। ਇਹ ਤਾਂ ਪੱਕੀ ਗੱਲ ਹੈ ਕਿ ਜਦੋਂ ਸਾਡੇ ਕੋਲ ਜਿਹੜੀਆਂ ਅਵੇਲੇਬਲ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਡੇ ਕੋਲ ਬਹੁਤ ਜ਼ਿਆਦਾ ਮਾਤਰਾ 'ਚ ਹੋਣਗੀਆਂ, ਸਾਡੇ ਕੋਲ ਇੱਕ ਤਰ੍ਹਾਂ ਨਾਲ ਅਸੀਂ ਕਹ ਲਈਏ ਕਿ ਜਿੰਨੀਆਂ ਸਾਨੂੰ ਚਾਹੀਦੀਆਂ ਸਫੀਸ਼ੀਐਂਟ ਅਮਾਊਂਟ 'ਚ ਹੋਣਗੀਆਂ, ਤਾਂ ਬਿਨਾਂ ਸ਼ੱਕ ਸਾਡਾ ਵੈਲਫੇਅਰ ਸਾਨੂੰ ਲੱਗਦਾ ਕਿ ਉਹ ਜ਼ਿਆਦਾ ਹੋਇਆ। ਇਸ ਲਈ ਉਹਨਾਂ ਸਾਰੇ ਕੰਮਾਂ ਦਾ ਧਿਆਨ ਅਸੀਂ ਕੰਮ ਕਰਦੇ ਵੀ ਕਾਹਦੇ ਲਈ ਆ, ਜੇ ਆਪਾਂ ਸਿੰਪਲ ਜਿਹੇ ਸ਼ਬਦਾਂ 'ਚ ਵੀ ਦੇਖੀਏ, ਸਿੰਪਲ ਜਿਹਾ ਰਹਿ ਕੇ ਵੀ ਸੋਚੀਏ, ਇਕੋਨੋਮਿਸਟ ਦੇ ਤੌਰ 'ਤੇ ਨਾ ਵੀ ਸੋਚੀਏ ਮੈਂ ਕੰਮ ਕਿਉਂ ਕਰਦੀ ਪਈ ਹਾਂ, ਕਿਉਂਕਿ ਮੈਨੂੰ ਆਪਣੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਚਾਹੀਦੀਆਂ, ਜਿਹਦੇ ਵਿੱਚ ਰੋਟੀ, ਕੱਪੜਾ, ਮਕਾਨ, ਉਹਦੇ ਵਿੱਚ AC, ਕੂਲਰ, LED ਸਭ ਕੁਛ ਚਾਹੀਦਾ ਹੋਏਗਾ। ਔਰ ਇਸ ਤੋਂ ਇਲਾਵਾ ਚੇਅਰਸ ਵੀ ਚਾਹੀਦੀਆਂ ਹੋਣਗੀਆਂ, ਟੇਬਲਸ ਵੀ ਚਾਹੀਦੀਆਂ ਹੋਣਗੀਆਂ। ਐਜ਼ ਅ ਸਟੂਡੈਂਟਸ ਸਾਨੂੰ ਬੁੱਕਸ, ਨੋਟਬੁੱਕਸ, ਪੈਨ ਸਾਰੇ ਚਾਹੀਦੇ ਹੋਣਗੇ। ਔਰ ਅਸੀਂ ਕੰਮ ਕਾਹਦੇ ਲਈ ਕਰਦੇ ਹਾਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ। ਇਹ ਸਾਰੀਆਂ ਚੀਜ਼ਾਂ ਕੀ ਆ, ਭੌਤਿਕ ਪਦਾਰਥ। ਔਰ ਇਹਨਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਜਿਹੜੇ ਵੀ ਕੰਮ ਕਰਦੇ ਹਾਂ, ਇਹਨਾਂ ਨੂੰ ਪ੍ਰਾਪਤ ਕਰਨ ਲਈ ਬਿਨਾਂ ਸ਼ੱਕ ਆਪਾਂ ਪੈਸਾ ਕਮਾਉਣ ਜਾਂਦੇ ਹਾਂ। ਪੈਸਾ ਜਿਹੜਾ ਉਹਦੇ ਲਈ ਆਪਾਂ ਕੀ ਕਰਦੇ ਹਾਂ, ਪੈਸਾ ਕਮਾਉਣ ਲਈ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ। ਅਤੇ ਮਾਰਸ਼ਲ ਕਹਿੰਦਾ ਉਹਨਾਂ ਕੰਮਾਂ ਦੀ ਸਟੱਡੀ ਹੈ ਜਿਹੜੀ, ਉਹਨਾਂ ਕੰਮਾਂ ਦਾ ਅਧਿਐਨ ਹੈ ਜਿਹੜਾ, ਉਹ ਇਕਨੋਮਿਕਸ ਹੁੰਦੀ ਹੈ। ਅਤੇ ਇਹਦੇ ਵਿੱਚ ਬਹੁਤ ਸਾਰੀਆਂ ਡੈਫੀਨੇਸ਼ਨਸ ਆ, ਇੱਥੇ ਤੁਸੀਂ ਦੇਖ ਵੀ ਰਹੇ ਹੋ। ਅਲੱਗ ਸਟੱਡੀ ਮਟੀਰੀਅਲ ਵੀ ਮੈਂ ਸੈਂਡ ਕਰਾਂਗੀ ਤੁਹਾਨੂੰ, ਕਿ ਅਰਥ ਸ਼ਾਸਤਰ ਉਹਨਾਂ ਸਾਰੀਆਂ ਵਿਧੀਆਂ ਦਾ, ਸਧਾਰਨ ਵਿਧੀਆਂ ਦਾ ਅਧਿਐਨ ਆ ਜਿਨ੍ਹਾਂ ਰਾਹੀਂ ਵਿਅਕਤੀ ਆਪਣੀਆਂ ਭੌਤਿਕ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਦਿੰਦੇ ਹਨ। ਵੈਬਰਿਜ ਨੇ ਕਿਹਾ ਸੀ। ਪੈਨਸਨ ਕੀ ਕਹਿੰਦਾ ਪਿਆ ਕਿ ਅਰਥ ਸ਼ਾਸਤਰ ਭੌਤਿਕ ਕਲਿਆਣ ਦਾ ਵਿਗਿਆਨ ਆ। ਮੀਨਸ ਜਿਹਦੇ ਨਾਲ ਜਦੋਂ ਤੁਹਾਡੀਆਂ ਭੌਤਿਕ ਪਦਾਰਥ ਵਧਣਗੇ ਤੁਹਾਡੇ ਕਲਿਆਣ ਦੇ ਵਿੱਚ ਵਾਧਾ ਹੋਏਗਾ। ਇਹ ਜਿਹੜੀ ਸਟੱਡੀ, ਇਸ ਚੀਜ਼ ਦੀ ਸਟੱਡੀ ਹੈ ਉਹ ਇਕਨੋਮਿਕਸ ਹੈ, ਇਹ ਮਾਰਸ਼ਲ ਨੇ ਕਿਹਾ। ਅਤੇ ਇਹਦੀਆਂ ਵਿਸ਼ੇਸ਼ਤਾਵਾਂ ਕੀ ਆ ਕਿ ਇਹਦੇ ਵਿੱਚ ਵਿਅਕਤੀ ਨੂੰ ਮਹੱਤਵ ਦਿੱਤਾ ਗਿਆ। ਸਭ ਤੋਂ ਵੱਡੀ ਵਿਸ਼ੇਸ਼ਤਾ ਕਿ ਉਹਦੇ ਵਿੱਚ ਜਿਹੜੀ ਅਸੀਂ ਐਡਮ ਸਮਿਥ ਦੀ ਕੀਤੀ ਸੀ, ਉਹਨੇ ਇੰਪੋਰਟੈਂਸ ਦਿੱਤੀ ਸੀ ਧਨ ਨੂੰ। ਦੇਖੋ ਪੈਸਾ ਜ਼ਰੂਰੀ ਨਹੀਂ ਹੁੰਦਾ, ਬੰਦਾ ਜ਼ਰੂਰੀ ਹੁੰਦਾ। ਜਿਸ ਤਰ੍ਹਾਂ ਆਪਾਂ ਆਮ ਭਾਸ਼ਾ 'ਚ ਕਹਿ ਦਿੰਦੇ ਆ ਕਿ ਜਿਹੜਾ ਵੈਲਥ ਆ, ਧਨ ਆ, ਉਹ ਵਿਅਕਤੀ ਲਈ ਹੁੰਦਾ, ਵਿਅਕਤੀ ਧਨ ਲਈ ਨਹੀਂ ਹੁੰਦਾ। ਇਸ ਲਈ ਵਿਅਕਤੀ ਨੂੰ ਵੱਧ ਮਹੱਤਵ ਦੇਣ ਦੀ ਲੋੜ ਹੈ। ਔਰ ਇਸ ਡੈਫੀਨੇਸ਼ਨ ਦੇ ਵਿੱਚ ਵਿਅਕਤੀ ਨੂੰ ਵੱਧ ਮਹੱਤਵ ਦਿੱਤਾ ਗਿਆ। ਸਮਾਜਿਕ ਵਿਅਕਤੀ ਦਾ ਅਧਿਐਨ ਐਡਮ ਸਮਿਥ ਨੇ ਕੀਤਾ ਸੀ। ਆਰਥਿਕ ਵਿਅਕਤੀ ਦਾ ਅਧਿਐਨ, ਵਿਅਕਤੀ ਹਮੇਸ਼ਾ ਆਰਥਿਕ ਨਹੀਂ ਹੋ ਸਕਦਾ। ਅਸੀਂ ਸਮਾਜ 'ਚ ਰਹਿੰਦੇ ਹਾਂ, ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਬਹੁਤ ਸਾਰੇ ਕੰਮ ਉਹ ਵੀ ਕਰਨੇ ਪੈਂਦੇ ਆ ਜਿਨ੍ਹਾਂ ਤੋਂ ਕਈ ਵਾਰ ਸਾਨੂੰ ਪੈਸਾ ਪ੍ਰਾਪਤ ਨਹੀਂ ਵੀ ਹੁੰਦਾ। ਅਤੇ ਫਿਰ ਵੀ ਬੇਸ਼ੱਕ ਮੰਨ ਲਓ ਇੱਕ ਸਾਧੂ ਸੰਨਿਆਸੀ ਵੀ ਹੋਵੇ,
ਮੰਨ ਲਓ ਕੋਈ ਕੰਮ ਵੀ ਨਹੀਂ ਕਰਦਾ ਪਿਆ, ਪਰ ਫਿਰ ਵੀ ਉਹ ਆਰਥਿਕ ਗਤੀਵਿਧੀਆਂ ਦੇ ਵਿੱਚ ਇਸ ਤਰ੍ਹਾਂ ਇਨਵੋਲਵ ਆ ਕਿ ਉਹ ਰੋਟੀ ਖਾਣ ਦੇ ਲਈ ਜਦੋਂ ਕੁਛ ਵੀ ਲੈਂਦਾ, ਕੁਛ ਵੀ ਖਰੀਦਦਾ ਕਿਸੇ ਤੋਂ ਜਾਂ ਕੁਛ ਵੀ ਲੈਂਦਾ, ਅਤੇ ਉਹਦੇ ਨਾਲ ਕੀ ਆ ਕਿ ਉਹਦੀ ਡਿਮਾਂਡ ਹੁੰਦੀ ਪਈ ਆ। ਜੇ ਉਹਦੀ ਡਿਮਾਂਡ ਕਰਕੇ ਵੀ ਕਿਤੇ ਨਾ ਕਿਤੇ ਜਾ ਕੇ ਪ੍ਰੋਡਕਸ਼ਨ ਹੁੰਦੀ ਪਈ ਆ। ਇਸ ਕਰਕੇ ਅਰਥ ਸ਼ਾਸਤਰ ਦੇ ਵਿੱਚ ਵਿਅਕਤੀ ਨੂੰ ਮਹੱਤਵ ਦਿੱਤਾ ਜਾਂਦਾ, ਵਿਅਕਤੀ ਮਹੱਤਵਪੂਰਨ ਆ, ਵਿਅਕਤੀ ਦੀ ਸਟੱਡੀ ਕੀਤੀ ਜਾਂਦੀ ਹੈ ਮਾਰਸ਼ਲ ਦੇ ਅਨੁਸਾਰ। ਅਤੇ ਦੂਜਾ ਵਿਅਕਤੀ ਵੀ ਉਹ ਜਿਹੜਾ ਸਮਾਜ 'ਚ ਰਹਿੰਦਾ, ਜਿਹੜਾ ਸਮਾਜਿਕ ਵਿਅਕਤੀ ਹੋਵੇ। ਨੈਕਸਟ ਜਿਹੜਾ ਇਹਦੇ ਵਿੱਚ ਅਗਲੀ ਵਿਸ਼ੇਸ਼ਤਾ ਇਸ ਡੈਫੀਨੇਸ਼ਨ ਦੀ ਵੀ ਜਿਹੜੀ ਇਹ ਦਿੱਤੀ ਹੈ, ਉਹ ਹੈਗੀ ਹੈ ਜੀਵਨ ਦਾ ਸਧਾਰਨ ਕੀਤਾ। ਉਹ ਕਹਿੰਦੇ ਕਿ ਆਰਥਿਕ ਵਿਕਾਸ ਦੇ ਵਿੱਚ ਜੀਵਨ ਦੇ ਸਾਰੇ ਸਧਾਰਨ ਕਿੱਤੇ ਜਿਹੜੇ ਅਸੀਂ ਪੂੰਜੀ ਕਮਾਉਣ ਲਈ ਕਰਦੇ ਹਾਂ, ਸਾਰੇ ਹੀ ਕੰਮ ਜਿਹੜੇ ਅਸੀਂ ਪੂੰਜੀ ਕਮਾਉਣ ਲਈ ਕਰਦੇ ਹਾਂ, ਉਹਨਾਂ ਦਾ ਅਧਿਐਨ ਕੀਤਾ ਜਾਂਦਾ। ਔਰ ਰੀਅਲ ਮੈਨ ਦੀ ਸਟੱਡੀ ਕੀਤੀ ਜਾਂਦੀ ਹੈ ਇਹਦੇ ਵਿੱਚ। ਮਤਲਬ ਕੰਜੂਸ ਅਤੇ ਲਾਲਚੀ ਵਿਅਕਤੀ ਦਾ ਅਧਿਐਨ ਨਹੀਂ ਕੀਤਾ ਜਾਏਗਾ। ਮਟੀਰੀਅਲ ਜਿਹੜੀਆਂ ਭੌਤਿਕ ਪਦਾਰਥ ਹੈਗੇ ਆ, ਉਹਨਾਂ ਦਾ ਅਧਿਐਨ ਕੀਤਾ ਜਾਏਗਾ। ਭੋਜਨ, ਸਮਾਨ ਜਿਨ੍ਹਾਂ ਨੂੰ ਦੇਖਿਆ ਜਾ ਸਕਦਾ, ਜਿਨ੍ਹਾਂ ਨੂੰ ਸਪਰਸ਼ ਕੀਤਾ ਜਾ ਸਕਦਾ, ਜਿਨ੍ਹਾਂ ਨੂੰ ਟੱਚ ਕੀਤਾ ਜਾ ਸਕਦਾ। ਸੇਮ ਉਹੀ ਜਿਵੇਂ ਐਡਮ ਸਮਿਥ ਨੇ ਕਿਹਾ ਸੀ। ਬਸ ਇਹਦੇ ਵਿੱਚ ਇਹ ਹੈ ਕਿ ਕਲਿਆਣ ਜਿਹੜਾ ਉਹ ਕੰਮ ਜਿਨ੍ਹਾਂ ਨਾਲ ਲੋਕਾਂ ਦੇ ਕਲਿਆਣ ਵਿੱਚ ਵਾਧਾ ਹੁੰਦਾ ਹੋਵੇ, ਉਹਨਾਂ ਕੰਮਾਂ ਦੀ ਸਟੱਡੀ ਹੈ। ਇਹ ਇੱਕ ਸਾਇੰਸ ਵੀ ਹੈ ਅਤੇ ਕਲਾ ਵੀ ਹੈ। ਦੇਖੋ ਸਾਇੰਸ ਕੀ ਹੁੰਦੀ ਆ, ਜਦੋਂ ਤੁਹਾਡਾ ਜਿਹੜਾ ਕੋਈ ਵੀ ਰਿਜ਼ਲਟ ਆਉਂਦਾ ਉਹ ਹਰੇਕ ਜਗ੍ਹਾ ਐਪਲੀਕੇਬਲ ਹੋਵੇ। ਅਤੇ ਇਕਨੋਮਿਕਸ ਦੇ ਵਿੱਚ ਹੀ ਬਹੁਤ ਸਾਰੇ ਇੱਦਾਂ ਦੇ ਰੂਲਸ ਆ ਕਿ ਉਹ ਹਰੇਕ ਜਗ੍ਹਾ ਇਵੇਂ ਰਹਿੰਦੇ, ਜਿਵੇਂ ਕਿ ਜੇ ਪ੍ਰਾਈਸ ਵਧੂਗਾ ਤਾਂ ਡਿਮਾਂਡ ਘਟੇਗੀ। ਅਤੇ ਕਲਾ ਦਾ ਸਟੈਪ ਬਾਈ ਸਟੈਪ ਪ੍ਰੋਸੈਸ ਆ, ਅਤੇ ਇਕਨੋਮਿਕਸ ਵੀ ਇੱਕ ਸਟੈਪ ਬਾਈ ਸਟੈਪ ਪ੍ਰੋਸੈਸ ਆ। ਮੈਂ ਚਾਹੁੰਦੀ ਤਾਂ ਤੁਹਾਨੂੰ ਇਹ ਚੈਪਟਰ ਛੱਡ ਕੇ ਅਗਲਾ ਚੈਪਟਰ ਕਰਵਾ ਸਕਦੀ ਸੀ, ਪਰ ਇੱਕ ਸਟੈਪ ਬਾਈ ਸਟੈਪ ਪ੍ਰੋਸੈਸ ਆ ਕਿ ਅਗਲਾ ਚੈਪਟਰ ਸਮਝਣ ਲਈ ਤੁਹਾਨੂੰ ਥੋੜ੍ਹੀ ਜਿਹੀ ਇਕਨੋਮਿਕਸ ਦੀ ਜਿਹੜੀ ਨੌਲੇਜ ਆ ਹੋਣੀ ਚਾਹੀਦੀ ਆ, ਇਹਦੀਆਂ ਡੈਫੀਨੇਸ਼ਨਸ ਦੀ ਨੌਲੇਜ ਹੋਣੀ ਚਾਹੀਦੀ ਆ। ਅਦਰਵਾਈਜ਼ ਨੈਕਸਟ ਟਾਪਿਕਸ ਜਿਹੜੇ ਹੋਣਗੇ, ਤੁਸੀਂ ਦੇਖਿਓ ਜਦੋਂ ਇਹ ਚੈਪਟਰ ਖਤਮ ਹੁੰਦਾ, ਜਦੋਂ ਕੱਲ੍ਹ ਨੈਕਸਟ ਲੈਕਚਰ ਦੇ ਵਿੱਚ ਸਾਡੀ ਦੁਰਲਭਤਾ ਸੰਬੰਧੀ ਪਰਿਭਾਸ਼ਾ ਹੋ ਜਾਏਗੀ, ਰੋਬਿਨਸ ਦੀ ਜਿਹੜੀ ਪਰਿਭਾਸ਼ਾ ਖਤਮ ਹੋ ਜਾਏਗੀ, ਉਸ ਤੋਂ ਬਾਅਦ ਇਕਨੋਮਿਕਸ ਬਹੁਤ ਇੰਟਰਸਟਿੰਗ ਵਾਲੀ ਇਕਨੋਮਿਕਸ ਹੈ। ਪਰ ਫਿਰ ਵੀ ਇੱਕ ਸਟੈਪ ਬਾਈ ਸਟੈਪ ਪ੍ਰੋਸੈਸ ਹੈ, ਇਸ ਲਈ ਮੈਂ ਇੱਥੋਂ ਹੀ ਸ਼ੁਰੂ ਕੀਤਾ। ਮਤਲਬ ਇਹ ਕਲਾ ਵੀ ਹੈ, ਸਿਰਫ ਇਹ ਨਹੀਂ ਕਿ ਮੈਂ ਇਹ ਡੈਫੀਨੇਸ਼ਨ ਦੀ ਇਹ ਗੱਲ ਕਹਿ ਦਿੱਤੀ ਅਤੇ ਇਹਦੇ ਨਾਲ ਕਲਾ ਹੋ ਗਈ। ਕਿਉਂਕਿ ਜਦੋਂ ਅਸੀਂ ਮੰਨ ਲਓ ਕੀਮਤਾਂ ਵੱਧਦੀਆਂ ਹੁੰਦੀਆਂ ਨਾ, ਜਦੋਂ ਕੀਮਤਾਂ ਵਧੀਆਂ ਕਿਉਂ ਵਧੀਆਂ? ਕਿਉਂਕਿ ਅਸੀਂ ਮੰਗ ਵਧਾਈ ਸੀ। ਅਸੀਂ ਮੰਗ ਕਿਉਂ ਵਧਾਉਂਦੇ ਹਾਂ? ਕਿਉਂਕਿ ਸਾਡੇ ਕੋਲ ਪੈਸਾ ਜ਼ਿਆਦਾ ਹੁੰਦਾ। ਜੇ ਪੈਸਾ ਕਿਉਂ ਜ਼ਿਆਦਾ ਹੁੰਦਾ? ਕਿਉਂਕਿ ਕੋਈ ਵੀ ਪੋਲਿਸੀਜ਼ ਗੌਰਮੈਂਟ ਦੀਆਂ ਆਈਆਂ ਹੋ ਸਕਦੀਆਂ ਹੁੰਦੀਆਂ, ਜਿਹਦੇ ਕਰਕੇ ਰੇਟ ਆਫ ਇੰਟਰਸਟ ਵੀ ਘਟਿਆ ਹੋ ਸਕਦਾ ਹੁੰਦਾ, ਜਿਹਦੇ ਕਰਕੇ ਲੋਕਾਂ ਦੇ ਕੋਲ ਪੈਸਾ, ਜਿਹੜੀ ਮਨੀ ਦੀ ਅਵੇਲੇਬਿਲਿਟੀ ਹੈ ਜ਼ਿਆਦਾ ਹੁੰਦੀ ਹੈ। ਇਸ ਲਈ ਜਦੋਂ ਕੀਮਤਾਂ ਵਧੀਆਂ ਅਤੇ ਉਹਨਾਂ ਨੂੰ ਤਾਂ ਸਿੱਧਾ ਜਿਹੜਾ ਸਟੈਪ ਜਿਹੜਾ ਪਹਿਲਾਂ ਹੀ ਬਣਦਾ ਉਹਨਾਂ ਨੂੰ ਕੰਟਰੋਲ ਕਰਨ ਦਾ ਕੀ ਬਣਦਾ ਕਿ ਆਪਾਂ ਜਿਹੜੀ ਮਨੀ ਸਪਲਾਈ ਆ ਉਹਨੂੰ ਘਟਾਈਏ। ਇਸ ਤਰ੍ਹਾਂ ਇਹ ਕੀ ਹੈ, ਇੱਕ ਕਲਾ, ਇੱਕ ਸਟੈਪ ਬਾਈ ਸਟੈਪ ਪ੍ਰੋਸੈਸ ਆ। ਉਸ ਤੋਂ ਬਾਅਦ ਸ਼੍ਰੇਣੀ ਵਿਭਾਜਨ ਜਿਹੜਾ ਇਹਦੇ ਵਿੱਚ ਕੀਤਾ ਗਿਆ ਇਸ ਡੈਫੀਨੇਸ਼ਨ ਦੇ ਵਿੱਚ, ਇਹਨੇ ਸਧਾਰਨ ਅਤੇ ਗੈਰ ਸਧਾਰਨ ਕਿਹਾ। ਮਤਲਬ ਕੰਮ ਵੀ ਤੁਹਾਡੇ ਕਲਿਆਣਕਾਰੀ ਵੀ ਹੋ ਸਕਦੇ ਆ, ਗੈਰ ਕਲਿਆਣੀ ਵੀ ਹੋ ਸਕਦੇ ਆ, ਭੌਤਿਕ ਵੀ ਹੋ ਸਕਦੇ ਆ, ਗੈਰ ਭੌਤਿਕ ਵੀ ਹੋ ਸਕਦੇ ਆ। ਜਿਹੜਾ ਵਿਅਕਤੀ ਆ ਉਹ ਸਮਾਜਿਕ ਵੀ ਹੋ ਸਕਦਾ ਅਤੇ ਵਿਅਕਤੀਵਾਦੀ ਵੀ ਹੋ ਸਕਦਾ। ਮੁਦਰਾ ਭੌਤਿਕ ਕਲਿਆਣ ਦਾ ਮਾਪਕ। ਅਤੇ ਦੂਜਾ ਉਹਨੇ ਇਹ ਕਿਹਾ ਕਿ ਜਿੱਦਾਂ ਹੁਣ ਆਪਾਂ ਇਹ ਵੀ ਕਹਿਣਾ ਹੋਵੇ ਕਿ ਬੰਦਾ ਜਿਹੜਾ ਸਾਡਾ ਕਲਿਆਣ ਕਦੋਂ ਹੁੰਦਾ, ਅਤੇ ਉਹਨੇ ਕਿਹਾ ਮੁਦਰਾ ਆ, ਕਿ ਜੇ ਤੁਹਾਡੇ ਕੋਲ ਪੈਸਾ ਜ਼ਿਆਦਾ ਆ, ਮਤਲਬ ਉਹ ਕਹਿੰਦਾ ਜੇ ਤੁਹਾਡੀ ਮੁਦਰਾ ਦੇ ਵਿੱਚ ਵਾਧਾ ਹੋ ਜਾਂਦਾ ਤਾਂ ਤੁਸੀਂ ਮੰਨ ਕੇ ਚੱਲੋ ਕਿ ਤੁਹਾਡੇ ਭੌਤਿਕ ਕਲਿਆਣ ਆ ਜਿਹੜਾ ਉਹਦੇ ਵਿੱਚ ਵਾਧਾ ਹੋ ਗਿਆ। ਅਤੇ ਇਹਨੂੰ ਉਹ ਕਹਿੰਦਾ ਮੁਦਰਾ ਦੇ ਰਾਹੀਂ ਮਾਪਿਆ ਜਾ ਸਕਦਾ। ਮੈਰਿਟਸ ਇਸ ਪਰਿਭਾਸ਼ਾ ਦੇ ਕੀ ਆ ਕਿ ਇਹ ਐਡਮ ਸਮਿਥ ਦੀ ਪਰਿਭਾਸ਼ਾ ਦੇ ਨਾਲ ਥੋੜ੍ਹੀ ਜ਼ਿਆਦਾ ਡਿਟੇਲ ਦੇ ਵਿੱਚ ਦਿੱਤੀ ਗਈ ਪਰਿਭਾਸ਼ਾ ਹੈ, ਅਤੇ ਉਹਦੇ ਨਾਲ ਥੋੜ੍ਹੀ ਜ਼ਿਆਦਾ ਜਿਹੜੀ ਜਿੱਦਾਂ ਉਹਦੇ ਵਿੱਚ ਸਿਰਫ ਜਿਹੜਾ ਤੁਹਾਡਾ ਇਕਨੋਮਿਕ ਮੈਨ ਸੀਗਾ, ਆਰਥਿਕ ਵਿਅਕਤੀ, ਉਹਦੀ ਸਟੱਡੀ ਸੀ, ਇਹ ਸਮਾਜਿਕ ਵਿਅਕਤੀ ਦੀ ਸਟੱਡੀ ਹੈ, ਹੈ ਨਾ। ਅਤੇ ਇਹਦੇ ਵਿੱਚ ਜੀਵਨ ਦੇ ਸਾਰੇ ਕਿੱਤਿਆਂ ਦੀ ਸਟੱਡੀ ਕੀਤੀ ਜਾਂਦੀ ਆ। ਉਹਦੇ ਵਿੱਚ ਸਿਰਫ ਆਰਥਿਕ ਕਿੱਤਿਆਂ ਦੀ ਸਟੱਡੀ ਕੀਤੀ ਜਾਂਦੀ ਸੀਗੀ। ਉਹਦੇ 'ਚ ਪੂੰਜੀ ਨੂੰ ਮਹੱਤਵ ਸੀ, ਇਹਦੇ 'ਚ ਵਿਅਕਤੀ ਨੂੰ ਮਹੱਤਵ ਆ। ਦੇਖੋ ਵਿਅਕਤੀ ਨੂੰ ਜਦੋਂ ਮਹੱਤਵ ਦਿੱਤਾ ਤਾਂ ਪੂੰਜੀ ਨੂੰ ਤਾਂ ਆਪਣੇ ਆਪ ਹੀ ਆ ਗਿਆ। ਅਤੇ ਉਹਦੇ ਨਾਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ 'ਚ ਜਿਹੜੀ ਹੈ ਦਿੱਤੀ ਗਈ ਆ। ਪਰ ਫਿਰ ਵੀ ਇਸ ਦੀਆਂ ਵੀ ਕੁਛ ਇੱਕ ਆਲੋਚਨਾਵਾਂ ਆ। ਸਭ ਤੋਂ ਪਹਿਲਾਂ ਆਲੋਚਨਾ ਜਿਹੜੀ ਹੈ ਜੀਵਨ ਦੇ ਸਧਾਰਨ ਕਿੱਤੇ ਨਾਲ ਸੰਬੰਧਿਤ ਆਲੋਚਨਾ। ਡਾਕਟਰ ਮਾਰਸ਼ਲ ਨੇ ਹੀ ਕਹਿਣਾ ਵੀ ਸਧਾਰਨ ਕਿੱਤੇ ਦੀ ਸਟੱਡੀ ਕੀਤੀ ਜਾਣੀ ਚਾਹੀਦੀ ਆ, ਪਰ ਸਧਾਰਨ ਕਿੱਤਾ ਕਿਹੜਾ ਹੁੰਦਾ ਇਹ ਤਾਂ ਦੱਸਿਆ ਨਹੀਂ। ਕਿਹੜੇ ਕਿੱਤੇ ਸਧਾਰਨ ਆ, ਕਿਹੜੇ ਕਿੱਤੇ ਗੈਰ ਸਧਾਰਨ ਆ, ਇਹ ਨਹੀਂ ਦੱਸੇ। ਫਿਰ ਵੀ ਇਹਦਾ ਖੇਤਰ ਲਿਮਿਟਡ ਆ, ਕਿਉਂਕਿ ਇਹਦੇ ਵਿੱਚ ਫਿਰ ਭੌਤਿਕ ਪਦਾਰਥਾਂ ਦੀ ਗੱਲ ਕੀਤੀ ਗਈ। ਫਿਰ ਉਹੀ ਕਿ ਜਿਹੜੀ ਐਡਮ ਸਮਿਥ ਦੀ ਪ੍ਰੋਬਲਮ ਸੀ, ਐਡਮ ਸਮਿਥ ਦੀ ਇੱਕ ਸਮੱਸਿਆ ਸੀ, ਐਡਮ ਸਮਿਥ ਦੀ ਆਲੋਚਨਾ ਸੀ ਕਿ ਗੈਰ ਭੌਤਿਕ ਕੰਮ ਆ, ਜਿਹੜੇ ਗੈਰ ਭੌਤਿਕ ਪਦਾਰਥ ਆ, ਲਾਈਕ ਟੀਚਰਸ ਦੀਆਂ ਸੇਵਾਵਾਂ, ਵਕੀਲਾਂ ਦੀਆਂ ਸੇਵਾਵਾਂ, ਡਾਕਟਰਸ ਦੀਆਂ ਸੇਵਾਵਾਂ, ਉਹ ਫਿਰ ਅਣਗੌਲੀਆਂ ਗਈਆਂ। ਕਲਿਆਣ ਦੀ ਅਨਿਸ਼ਚਿਤ ਧਾਰਨਾ। ਫਿਰ ਇਹ ਕਹਿਣਾ ਕਿ ਕਲਿਆਣ ਮਤਲਬ ਹੁਣ ਸਾਨੂੰ 10 ਜਣਿਆਂ ਨੂੰ ਸਾਰਿਆਂ ਨੂੰ ਮੰਨ ਲਓ ਧਨ ਦੇ ਦਿੱਤਾ ਜਾਂਦਾ ਹੈ ਨਾ, ਮੰਨ ਲਓ ਇੱਕ ਸਮਾਨ ਧਨ 10 ਜਣਿਆਂ ਨੂੰ ਦੇ ਦਿੱਤਾ ਜਾਂਦਾ, ਕੀ ਉਹ 10 ਦਾ ਬਰਾਬਰ ਕਲਿਆਣ ਹੋਏਗਾ? ਇਸ ਤਰ੍ਹਾਂ ਤਾਂ ਨਹੀਂ ਹੋਏਗਾ ਨਾ। ਇਸ ਲਈ
ਫਿਰ ਵੀ ਇੱਕ ਹੋਰ ਕਿ ਮੰਨ ਲਓ ਸਾਨੂੰ ਸਰਦੀਆਂ ਦੇ ਵਿੱਚ ਏਸੀ ਦੇ ਦਿੱਤਾ ਜਾਂਦਾ, ਸਾਡੇ ਨਾਲ ਉਹਦਾ ਕੋਈ ਕਲਿਆਣ, ਉਹਦੇ ਨਾਲ ਸਾਡਾ ਕੋਈ ਕਲਿਆਣ ਨਹੀਂ ਹੋਏਗਾ, ਕਿਉਂਕਿ ਸਰਦੀਆਂ 'ਚ ਤਾਂ ਸਾਨੂੰ ਉਹਦੀ ਜ਼ਰੂਰਤ ਹੀ ਨਹੀਂ ਹੋਣੀ। ਅਤੇ ਇਹਦੀ ਬਜਾਏ ਜੇ ਸਾਨੂੰ ਇੱਕ ਕੂਲਰ ਵੀ ਦੇ ਦਿੱਤਾ ਜਾਵੇ ਗਰਮੀਆਂ ਦੇ ਵਿੱਚ, ਅਤੇ ਏਸੀ ਦੀ ਬਜਾਏ, ਸਰਦੀਆਂ ਦੇ ਏਸੀ ਦੀ ਬਜਾਏ ਗਰਮੀਆਂ 'ਚ ਮਿਲਣ ਵਾਲੇ ਕੂਲਰ ਦਾ ਸਾਨੂੰ ਜਿਹੜਾ ਜ਼ਿਆਦਾ ਬੈਨੀਫਿਟ ਹੋਏਗਾ, ਉਹਦੇ ਨਾਲ ਸਾਨੂੰ ਜ਼ਿਆਦਾ ਸੈਟਿਸਫੈਕਸ਼ਨ ਹੋਏਗੀ। ਆਰਥਿਕ ਵਿਅਕਤੀਵਾਦੀ ਵਿਗਿਆਨ, ਅਰਥ ਸ਼ਾਸਤਰ ਵਿਅਕਤੀਵਾਦੀ ਵਿਗਿਆਨ ਆ। ਫਿਰ ਇਹ ਵੀ ਕਿਹਾ ਗਿਆ ਕਿ ਇਹਦੇ ਵਿੱਚ ਸਮਾਜਿਕ ਵਿਅਕਤੀ ਦੀ ਗੱਲ ਕੀਤੀ ਗਈ ਹੈ, ਪਰ ਅਰਥ ਸ਼ਾਸਤਰ ਆ ਜਿਹੜਾ ਉਹ ਕਹਿੰਦੇ ਕਿ ਇੱਕ ਵਿਅਕਤੀਵਾਦੀ, ਇਹਦੇ ਵਿੱਚ ਵਿਅਕਤੀ ਦੀ ਸਟੱਡੀ ਹੋਣੀ ਚਾਹੀਦੀ, ਸਮਾਜ ਦੀ ਨਹੀਂ। ਅਤੇ ਉਸ ਤੋਂ ਬਾਅਦ ਅਰਥ ਸ਼ਾਸਤਰ ਸਿਰਫ ਵਾਸਤਵਿਕ ਵਿਗਿਆਨ ਆ। ਫਿਰ ਜਿੱਦਾਂ ਉਹਨੇ ਕਹਿ ਦਿੱਤਾ ਕਿ ਕਲਾ ਵੀ ਹੈ ਅਤੇ ਵਿਗਿਆਨ ਵੀ ਹੈ। ਇਹ ਅਗਲਾ ਚੈਪਟਰ ਹੋਣਾ, ਉੱਥੇ ਆਪਾਂ ਡਿਟੇਲ 'ਚ ਦੇਖ ਲਾਂਗੇ, ਇਹਨੂੰ ਡਿਟੇਲ 'ਚ ਸਾਨੂੰ ਪਤਾ ਚੱਲ ਜਾਏਗਾ। ਪਰ ਇੱਥੇ ਰੋਬਿਨਸ ਨੇ ਇਹੀ ਕਿਹਾ ਕਿ ਇਹ ਇੱਕ ਵਾਸਤਵਿਕ ਵਿਗਿਆਨ ਆ ਅਤੇ ਥੋੜ੍ਹਾ ਜਿਹਾ ਇੰਪ੍ਰੈਕਟੀਕਲ ਆ। ਇਹ ਮੰਨਿਆ ਜਾਂਦਾ ਕਿ ਇਹ ਅਰਥ ਸ਼ਾਸਤਰ ਦੀ ਪਰਿਭਾਸ਼ਾ ਥੋੜ੍ਹੀ ਜਿਹੀ ਗੈਰ ਵਿਵਹਾਰਕ ਆ, ਕਿ ਅਸੀਂ ਵਿਅਕਤੀ ਦੀਆਂ ਸਿਰਫ ਉਹਨਾਂ ਕਿਰਿਆਵਾਂ ਦਾ ਅਧਿਐਨ ਕਰਦੇ ਹਾਂ ਜੋ ਉਸ ਦੇ ਕਲਿਆਣ ਦੇ ਵਿੱਚ ਵਾਧਾ ਕਰਦੀਆਂ, ਪਰ ਵਿਵਹਾਰਕ ਤੌਰ 'ਤੇ ਅਜਿਹਾ ਨਹੀਂ ਹੁੰਦਾ। ਅਸੀਂ ਅਰਥ ਸ਼ਾਸਤਰ ਵਿੱਚ ਵਿਅਕਤੀ ਦੀ ਆਮਦਨ ਅਤੇ ਖਰਚ ਨਾਲ ਸੰਬੰਧਿਤ ਸਾਰੇ ਕੰਮਾਂ ਦਾ ਅਧਿਐਨ ਕੀਤਾ ਜਾਂਦਾ, ਭਾਵੇਂ ਉਹਨਾਂ ਨਾਲ ਕਲਿਆਣ ਵਿੱਚ ਵਾਧਾ ਹੋਵੇ ਚਾਹੇ ਨਾ ਹੋਵੇ। ਠੀਕ ਹੈ, ਇਹਦੇ ਨਾਲ ਇਹ ਜਿਹੜਾ ਪਰਿਭਾਸ਼ਾ ਸੀ, ਜਿਹੜੀ ਸਾਡੀ ਮਾਰਸ਼ਲ ਦੀ ਦਿੱਤੀ ਹੋਈ ਪਰਿਭਾਸ਼ਾ, ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਕੰਪਲੀਟ ਹੋਈ ਹੈ। ਅਤੇ ਅਗਲਾ ਜਿਹੜਾ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ, ਸਿੰਪਲ ਜਿਹੇ ਵਰਡਸ ਦੇ ਵਿੱਚ ਕਹਿਣਾ ਹੋਵੇ ਤਾਂ ਜਿਹੜੀ ਮਾਰਸ਼ਲ ਦੀ ਪਰਿਭਾਸ਼ਾ ਉਹੀ ਦੱਸਦੀ ਹੈ ਕਿ ਤੁਸੀਂ ਉਹਨਾਂ ਭੌਤਿਕ ਗਤੀਵਿਧੀਆਂ ਦੀ ਸਟੱਡੀ ਕਰਾਂਗੇ ਜਿਨ੍ਹਾਂ ਦੇ ਨਾਲ ਵਿਅਕਤੀਆਂ ਦੇ ਕਲਿਆਣ ਵਿੱਚ ਵਾਧਾ ਹੁੰਦਾ। ਪਰ ਇਹਦੀ ਸਭ ਤੋਂ ਵੱਡੀ ਆਲੋਚਨਾ ਇਹੀ ਹੈ ਕਿ ਅਸੀਂ ਸਾਰੀਆਂ ਐਕਟੀਵਿਟੀਜ਼ ਦੀ ਸਟੱਡੀ ਕਰਦੇ ਹਾਂ, ਵਿਅਕਤੀ ਦੀਆਂ ਸਾਰੀਆਂ ਗਤੀਵਿਧੀਆਂ ਦੀ ਸਟੱਡੀ ਕਰਦੇ ਹਾਂ, ਚਾਹੇ ਉਹ ਆਰਥਿਕ ਹੋਣ ਅਤੇ ਚਾਹੇ ਉਹ ਆਰਥਿਕ ਨਾ ਹੋਣ, ਭਾਵ ਸਾਰੇ ਪ੍ਰਕਾਰ ਦੀਆਂ ਜਿਹੜੀਆਂ ਉਹਦੀਆਂ ਗਤੀਵਿਧੀਆਂ ਆ ਉਹਨਾਂ ਦੀ ਸਟੱਡੀ ਜਿਹੜੀ ਆ ਉਹ ਕੀਤੀ ਜਾਂਦੀ ਹੈ। ਬਾਕੀ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ। ਥੈਂਕ ਯੂ ਸੋ ਮੱਚ।